गुड मॉर्निंग स्टूडेंट्स। अपना जिहड़ा अज दा टॉपिक हैगा वो हैगा चार्जिंग सिस्टम। चार्जिंग सिस्टम ਦੇ ਵਿੱਚ ਕੀ ਇਹਦਾ ਫੰਕਸ਼ਨ ਇਹ ਆ ਕਿ ਆਟੋਮੋਬਾਈਲ ਦੇ ਵਿੱਚ ਟੂ ਜਨਰੇਟ ਇਲੈਕਟ੍ਰਿਸਿਟੀ ਐਂਡ ਸਪਲਾਈ ਦੀ ਇਲੈਕਟ੍ਰਿਸਿਟੀ ਫॉर ਚਾਰजिंग ਦੀ ਬੈਟਰੀ। ਮੇਨ ਫੰਕਸ਼ਨ ਇਹਦਾ ਇਹ ਆ ਇਟ ਸਪਲਾਈ ਦੀ ਕਰੰਟ ਡਿਮਾਂਡਸ ਆਫ ਆਲ ਲੋਡਸ। ਜਿਵੇਂ ਕਿ ਲਾਈਟਿੰਗ ਸਿਸਟਮ ਹੁੰਦਾ, ਜਿਵੇਂ ਕਿ ਆਪਣੇ ਇਲੈਕਟ੍ਰੀਕਲ ਅਸੈਸਰੀਜ਼ ਨੇ, ਉਹਨੂੰ ਪਾਵਰ ਚਾਹੀਦੀ ਆ, ਇਲੈਕਟ੍ਰਿਸਿਟੀ ਚਾਹੀਦੀ ਆ। ਚਾਰजिंग ਸਿਸਟਮ ਦਾ ਮੇਨ ਪਰਪਸ ਇਹ ਆ ਕਿ ਚਾਰजिंग ਸਿਸਟਮ ਨੇ ਇਹਨੂੰ ਇਲੈਕਟ੍ਰਿਸਿਟੀ ਸਪਲਾਈ ਕਰਨੀ ਆ ਟੂ ਸਪਲਾਈ ਕੌਨਸਟੈਂਟ ਵੋਲਟੇਜ इन आल कंडीशनस। इस तो बाद ये मेन दो कंपोनेंट्स जिहड़े यूज़ किए गए हैं चार्जिंग सिस्टम नूं। सब तो पहला यूज़ किया जाता सी DC जनरेटर। DC जनरेटर दे विच जिहड़ा DC जनरेटर सीगा इहदे मेन कंपोनेंट्स जिहड़े हैगे ने फ्रेम, आर्मेचर, फील्ड कोइल्स। ठीक है जी। DC जनरेटर नूं आपां पहला यूज़ करते सी आटोमोबाइल्स दे विच अर्ली 1960 तो पहला। ਇਹਨੂੰ ਅਬਸੋਲੂਟ ਕਰ ਦਿੱਤਾ ਗਿਆ ਅਲਟਰਨੇਟਰ ਵੱਲੋਂ, ਕਿਉਂਕਿ ਅਲਟਰਨੇਟਰ AC ਕਰੰਟ ਪ੍ਰੋਡਿਊਸ ਕਰਦਾ ਸੀ। ਜਿਹੜਾ DC ਆ, DC ਜਨਰੇਟਰ ਆ, ਉਹ DC ਕਰੰਟ ਪ੍ਰੋਡਿਊਸ ਕਰਦਾ ਸੀ। ਬਿਕੋਜ਼ ਇਹਦੇ ਵਿੱਚ ਕੁਝ ਇਲੈਕਟ੍ਰੀਕਲ ਲਾਸਿਸ ਹੁੰਦੇ ਸੀ, ਜਿਹਦੇ ਕਰਕੇ ਇਹਨੂੰ ਅਬਸੋਲੂਟ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਜਿਹੜਾ ਕਾਰਨ ਸੀਗਾ ਕਿ ਇਹਦੀ ਹੈਵੀ ਵੇਟ, ਅਤੇ ਦੂਸਰੀ ਗੱਲ ਇਹ ਆ ਇਹਦੇ ਵਿੱਚ ਐਡੀ ਲਾਸਿਸ ਬਹੁਤ ਹੁੰਦੇ ਸੀਗੇ। ਇਸ ਕਰਕੇ ਜਿਹੜਾ DC ਜਨਰੇਟਰ ਆ ਇਹਨੂੰ ਅੱਜ ਕੱਲ੍ਹ ਆਪਾਂ ਨਹੀਂ ਯੂਜ਼ ਕਰਦੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜਿਹੜਾ DC ਜਨਰੇਟਰ ਆ ਕਿ ਇਹਦੇ ਵਿੱਚ ਇਹਦੇ ਬਣਤਰ ਦੀ ਕੀ ਆ। ਇਹਦੀ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟਸ ਨੇ ਜਿਹਦੇ ਨਾਲ ਆਪਾਂ ਇਹਨੂੰ ਆਪਾਂ ਇੱਕ ਮੁਕੰਮਲ ਤੌਰ 'ਤੇ ਕਹਿ ਸਕਦੇ ਹਾਂ ਕਿ ਇੱਕ ਡਿਵਾਈਸ। ਸਭ ਤੋਂ ਪਹਿਲਾਂ ਗੱਲ ਕਰਾਂਗੇ ਫਰੇਮ ਦੀ। ਫਰੇਮ ਦੇ ਵਿੱਚ ਕੀ ਆ ਜੀ, ਫਰੇਮ ਇੱਕ ਇਹਨੂੰ ਸਟੀਲ ਦਾ ਬਣਿਆ ਹੋਇਆ। ਇਹਦੇ ਵਿੱਚ ਇਨਰ ਆਪਾਂ ਕਹਿ ਸਕਦੇ ਹਾਂ ਕਿ ਫਿਨਿਸ਼ਿੰਗ ਕੀਤੀ ਗਈ ਆ। ਇਹਦੇ ਵਿੱਚ ਫੀਲਡ ਕੋਇਲਸ ਲੱਗੀਆਂ ਹੁੰਦੀਆਂ ਨੇ। ਟੂ ਟਾਈਪਸ ਆਫ ਫੀਲਡ ਕੋਇਲਸ ਹੁੰਦੀਆਂ ਨੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਊਂਗਾ ਇਹਦੇ ਵਿੱਚ ਇਹ ਆਪਣਾ ਹੁੰਦਾ ਫਰੇਮ। ਫਰੇਮ ਇਹਦਾ ਹੈਗਾ ਮਾਈਲਡ ਸਟੀਲ ਦਾ ਬਣਿਆ ਹੋਇਆ। ਠੀਕ ਹੈ ਜੀ। ਮਾਈਲਡ ਸਟੀਲ ਦੇ ਵਿੱਚ ਟੂ ਫੀਲਡ ਕੋਇਲਸ ਨੇ। ਇਹਦੇ ਵਿੱਚ ਹੁੰਦੇ ਨੇ ਇਲੈਕਟ੍ਰੋਮੈਗਨੇਟ। ਜੇ ਤੁਸੀਂ ਧਿਆਨ ਨਾਲ ਦੇਖ ਸਕੋ, ਇੱਕ ਚੀਜ਼ ਅਤੇ ਇੱਕ ਚੀਜ਼ ਇਲੈਕਟ੍ਰੋਮੈਗਨੇਟਸ ਹੁੰਦੇ ਨੇ। ਠੀਕ ਹੈ ਜੀ। ਇਹਦੇ ਵਿੱਚ ਜਿਹੜਾ ਫਰੇਮ ਹੁੰਦਾ, ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨੂੰ ਐਂਡ ਕਵਰ ਕਹਿੰਦੇ ਨੇ। ਇੱਕ ਪਾਸੇ ਇਹਦੇ ਕਮਿਊਟੇਟਰ ਹੁੰਦਾ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਇਹਨੂੰ ਇੰਟਰਨਲੀ ਜਿਹੜਾ ਫਿਨਿਸ਼ ਕੀਤਾ ਗਿਆ ਹੁੰਦਾ। ਉਸ ਤੋਂ ਬਾਅਦ ਆ ਜਾਂਦਾ ਆਰਮੇਚਰ। ਹੁੰਦੀ ਆ ਆਪਣੀ ਆਰਮੇਚਰ। ਇਹਨੂੰ ਕਹਿੰਦੇ ਨੇ ਆਰਮੇਚਰ ਸ਼ਾਫਟ। ਉਸ ਤੋਂ ਬਾਅਦ ਇਹਦੇ ਵਿੱਚ ਨੰਬਰ ਆਫ ਕੰਡਕਟਰਸ ਲੱਗੇ ਹੁੰਦੇ ਨੇ। ਠੀਕ ਹੈ। ਇਹਦੇ ਵਿੱਚ ਟੂ ਟਾਈਪ ਦੀ ਵਾਈਂਡਿੰਗ ਯੂਜ਼ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਕੀਤਾ ਜਾਂਦਾ ਲੈਪ ਵਾਈਂਡਿੰਗ, ਜਾਂ ਦੂਸਰੀ ਕੀਤੀ ਜਾਂਦੀ ਆ ਵੇਵ ਵਾਈਂਡਿੰਗ। ਇਹਨੂੰ ਜੋੜਿਆ ਗਿਆ ਹੁੰਦਾ ਕਮਿਊਟੇਟਰ ਦੇ ਨਾਲ। ਕਮਿਊਟੇਟਰ ਦੇ ਉੱਤੇ ਕਾਰਬਨ ਬ੍ਰਸ਼ਿਸ ਲੱਗੇ ਹੁੰਦੇ ਨੇ। ਕਾਰਬਨ ਬ੍ਰਸ਼ ਅੱਗੇ ਜਿਹੜੀ DC ਕਰੰਟ ਪ੍ਰੋਡਿਊਸ ਹੁੰਦਾ ਉਹਦੇ ਵਿੱਚ ਆਪਾਂ ਨੂੰ ਸਪਲਾਈ ਕੀਤਾ ਜਾਂਦੇ ਨੇ। ਇਹਦੇ ਵਿੱਚ ਕੋਰ ਹੁੰਦੀ ਹੈ। ਕੋਰ ਦੇ ਉੱਤੇ ਹੀ ਜਿਹੜੀ ਆਰਮੇਚਰ ਆ ਉਹ ਆਪਣੇ ਬੰਨੀ ਹੋ ਗਈ ਹੁੰਦੀ ਆ। ਦੂਸਰੀ ਗੱਲ, ਇਹਦੇ ਵਿੱਚ ਨੰਬਰ ਆਫ ਜਿਹੜੇ ਹੁੰਦੇ ਨੇ ਆਪਣੇ ਕੰਡਕਟਰਸ ਹੁੰਦੇ ਨੇ। ਇਹਨਾਂ ਨੂੰ ਇੱਕ ਦੂਜੇ ਤੋਂ ਅਲੱਗ ਕਰਨ ਵਾਸਤੇ ਇਹਦੇ ਵਿੱਚ ਇਨਸੂਲੇਸ਼ਨ ਪਾਈ ਗਈ ਜਾਂਦੀ ਆ। ਇਹਨੂੰ ਮਾਈਕਾ ਕਹਿੰਦੇ ਨੇ। ਮਾਈਕਾ ਉੱਤੇ ਜਿਹੜੀ ਆਪਣੀ ਇਹ ਵਾਰਨਿਸ਼ ਦੀ ਕੋਟਿੰਗ ਕੀਤੀ ਗਈ ਹੁੰਦੀ ਆ। ਕੋਟਿੰਗ ਦੇ ਨਾਲ ਕੀ ਹੁੰਦਾ, ਇੱਕ ਦੂਜੇ ਨਾਲ ਜਿਹੜੇ ਕੰਡਕਟਰ ਨੇ ਇਹ ਸੰਪਰਕ 'ਚ ਨਹੀਂ ਆਉਂਦੇ, ਤਾਂ ਕਿ ਜਿਹੜਾ ਸ਼ਾਰਟ ਸਰਕਟ ਇਹਦੇ ਵਿੱਚ ਨਾ ਹੋਵੇ। ਇਸ ਕਰਕੇ ਇਹਨੂੰ ਵਾਰਨਿਸ਼ ਦੀ ਕੋਟਿੰਗ ਕੀਤੀ ਜਾਂਦੀ ਆ। ਜਿਹੜੀ ਤੁਸੀਂ ਦੇਖ ਰਹੇ ਹੋ, ਇਹ ਜਿਹੜੀਆਂ ਆਪਣੀਆਂ ਇਹਨੂੰ ਵੇਵ ਵਾਈਂਡਿੰਗ ਕਿਹਾ ਗਿਆ। ਵੇਵ ਵਾਈਂਡਿੰਗ ਦੇ ਉੱਤੇ ਤੁਸੀਂ ਧਿਆਨ ਨਾਲ ਦੇਖੋ ਜੇ, ਇੱਕ ਆਪਣੀ ਸ਼ਾਫਟ ਹੈ। ਸ਼ਾਫਟ ਇਹ ਮਾਈਲਡ ਸਟੀਲ ਦੀ ਆ। ਠੀਕ ਹੈ ਜੀ। ਕਮਿਊਟੇਟਰ, ਇਹਦੇ ਉੱਤੇ ਕਾਰਬਨ ਬ੍ਰਸ਼ਿਸ ਲੱਗੇ ਜਾਂਦੇ ਨੇ। ਮੇਨ ਪਰਪਸ ਇਹਦਾ DC ਕਰੰਟ ਪ੍ਰੋਡਿਊਸ ਕਰਨ ਦਾ ਹੁੰਦਾ ਹੈਗਾ। ਅਤੇ ਉਸ ਤੋਂ ਬਾਅਦ ਆਉਂਦੀਆਂ ਨੇ ਫੀਲਡ ਕੋਇਲਸ। ਇਹ ਆਪਣਾ ਜਿਹੜਾ ਹੁੰਦਾ ਜੀ, ਇਹ ਹੁੰਦਾ ਆਪਣਾ ਫੀਲਡ ਕੋਇਲਸ। ਠੀਕ ਹੈ ਜੀ। ਇਹਨੂੰ ਵੀ ਦੇਖੋ, ਤੁਸੀਂ ਧਿਆਨ ਨਾਲ ਦੇਖ ਸਕਦੇ ਹੋ। ਇਹਦੇ ਉੱਤੇ ਇਹਨਾਂ ਨੇ ਪੇਪਰ ਦੇ ਨਾਲ ਜਾਂ ਇੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਕੋਟਿੰਗ ਕੀਤੀ ਗਈ ਆ। ਠੀਕ ਹੈ ਜੀ। ਇਹ ਇਲੈਕਟ੍ਰੋਮੈਗਨੇਟ ਹੁੰਦੇ ਨੇ, ਪਰਮਾਨੈਂਟ ਮੈਗਨੇਟ ਨਹੀਂ ਹੁੰਦੇ। ਇਸ ਕਰਕੇ ਮੇਨ ਇਹਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸ਼ੰਟ ਵਾਊਂਡ ਟਾਈਪ ਲੋ ਵੋਲਟੇਜ ਟਾਈਪ ਆਫ ਜਿਹੜਾ DC ਜਨਰੇਟਰ ਆ ਉਹ ਯੂਜ਼ ਕੀਤਾ ਗਿਆ। ਉਸ ਤੋਂ ਬਾਅਦ ਇਹਨੂੰ ਕਿਉਂ ਨਹੀਂ ਵਰਤਿਆ ਗਿਆ, ਕਿਉਂਕਿ ਇੱਕ ਹੈਵੀ ਵੇਟ ਆ, ਮਾਈਲਡ ਸਟੀਲ ਆ। ਠੀਕ ਹੈ ਜੀ। ਇਹਦੇ ਵਿੱਚ ਐਡੀ ਲਾਸਿਸ ਹੁੰਦੇ ਨੇ। ਐਡੀ ਲਾਸਿਸ ਦੇ ਨਾਲ ਕੀ ਹੁੰਦਾ ਕਿ ਇਹਦੇ ਵਿੱਚ ਮੂਵਿੰਗ ਪਾਰਟਸ ਜ਼ਿਆਦਾ ਹੋਣ ਕਰਕੇ, ਕਿਉਂਕਿ ਇਹ ਬੈਲਟ ਡਰਿਵਨ ਆ। ਠੀਕ ਹੈ ਜੀ। ਕਰੈਂਕ ਸ਼ਾਫਟ ਤੋਂ ਜਿਹੜੀ ਬੈਲਟ ਡਰਾਈਵ ਕੀਤੀ ਜਾਂਦੀ ਆ। ਉਸ ਤੋਂ ਬਾਅਦ ਪ੍ਰੋਪਰ ਇਹਦੇ ਵਿੱਚ ਜਿਹੜਾ ਇਹ ਯੂਜ਼ ਕੀਤਾ ਜਾਂਦਾ, ਅਤੇ ਇਸ ਦੀ ਜਗ੍ਹਾ ਜਿਹੜੀ ਆ ਉਹ ਅਲਟਰਨੇਟਰ ਨੇ ਲੈ ਲਈ ਆ। ਅਲਟਰਨੇਟਰ ਜੇ ਮੈਂ ਤੁਹਾਨੂੰ ਦਿਖਾਵਾਂ, ਅਲਟਰਨੇਟਰ ਦੇ ਸਭ ਤੋਂ ਪਹਿਲਾਂ ਆਪਾਂ ਪੁਆਇੰਟ ਸਮਝਾਂਗੇ ਮੇਨ ਕੰਪੋਨੈਂਟਸ ਕਿਹੜੇ ਕਿਹੜੇ ਹੁੰਦੇ ਨੇ। ਸਭ ਤੋਂ ਪਹਿਲਾਂ ਮੇਨ ਕੰਪੋਨੈਂਟ ਦੀ ਫਰੇਮ,
ਤੇ ਹਾਊਸਿੰਗ ਫਰੇਮ ਇਹਦਾ ਐਲੂਮੀਨੀਅਮ ਅਲੋਏ ਦਾ ਬਣਿਆ ਹੁੰਦਾ ਹੈ, ਠੀਕ ਹੈ। ਇਹਦੇ ਵਿੱਚ ਰੋਟਰ ਹੁੰਦਾ ਹੈ ਤੇ ਉਸ ਤੋਂ ਬਾਅਦ ਹੁੰਦੀਆਂ ਨੇ ਸਲਿਪ ਰਿੰਗਸ ਤੇ ਬ੍ਰਸ਼ਿਸ ਤੇ ਸਟੇਟਰ, ਠੀਕ ਹੈ ਜੀ। ਸਭ ਤੋਂ ਪਹਿਲਾਂ ਪੁਆਇੰਟਸ ਟੂ ਬੀ ਰਿਮੈਂਬਰ ਯੂਜ਼ ਨਾਓ ਅਡੇਜ਼, ਅੱਜ ਕੱਲ੍ਹ ਇਹ ਵਰਤਿਆ ਜਾ ਰਿਹਾ, ਠੀਕ ਹੈ। ਲਾਈਟ ਵੇਟ ਆ, ਡੈਨਮੋ ਦੇ ਮੁਕਾਬਲੇ ਇਹ ਬਹੁਤ ਜ਼ਿਆਦਾ ਹਲਕਾ ਤੇ ਇਹਨੂੰ ਉੱਥੇ ਹੀ ਇੰਸਟਾਲ ਕੀਤਾ ਗਿਆ, ਕ੍ਰੈਂਕਸ਼ਾਫਟ ਦੀ ਪੁਲੀ ਦੇ ਨਾਲ ਇਹਨੂੰ ਡਰਾਈਵ ਦਿੱਤੀ ਗਈ ਹੁੰਦੀ ਆ। ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਸਟਾਰ ਕਨੈਕਸ਼ਨ ਵੀ ਆਉਂਦੇ ਨੇ ਜੀ, ਇਹਦੇ ਵਿੱਚ ਇਹ ਡੈਲਟਾ ਕਨੈਕਸ਼ਨ ਵੀ ਆਉਂਦੇ ਨੇ। ਸਭ ਤੋਂ ਪਹਿਲਾਂ ਜੇ ਗੱਲ ਕਰੀਏ ਸਟਾਰ ਕਨੈਕਸ਼ਨ ਦੀ, ਸਟਾਰ ਕਨੈਕਸ਼ਨ ਦੇ ਵਿੱਚ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ, ਇਹਦੇ ਵਿੱਚ ਲੋ ਸਪੀਡ ਜਿਹੜੇ ਹੁੰਦੇ ਨੇ ਇਹ ਆਉਂਦੇ ਨੇ। ਲੋ ਸਪੀਡ ਤੇ ਆਪਾਂ ਕਹਿ ਸਕਦੇ ਹਾਂ ਕਿ ਲੋ ਮੇਨਟੇਨੈਂਸ ਦੇ ਉੱਤੇ ਜਿਹੜੇ ਆਪਣੇ ਯੂਜ਼ ਕੀਤੇ ਜਾਂਦੇ ਨੇ। ਡੈਲਟਾ ਕਨੈਕਸ਼ਨ ਆਪਾਂ ਉੱਥੇ ਯੂਜ਼ ਕਰਦੇ ਹਾਂ ਜਿੱਥੇ ਹਾਈ ਆਪਾਂ ਨੂੰ ਆਊਟਪੁੱਟ ਚਾਹੀਦੀ ਆ, ਤੇ ਜਿਹੜੇ ਡੈਲਟਾ ਕਨੈਕਸ਼ਨ ਹੁੰਦਾ ਇਹ 73% ਮੋਰ ਕਰੰਟ ਪ੍ਰੋਡਿਊਸ ਕਰਦੇ ਨੇ ਦੈਨ ਦੀ ਸਟਾਰ ਕਨੈਕਸ਼ਨ। ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਅਲਟਰਨੇਟਰ, ਠੀਕ ਹੈ ਜੀ। ਅਲਟਰਨੇਟਰ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹੂੰਗਾ, ਇਹਦੇ ਵਿੱਚ ਇਹਨੂੰ ਕਹਿੰਦੇ ਨੇ ਸਟੇਟਰ। ਸਟੇਟਰ ਉੱਤੇ ਨੰਬਰ ਆਫ ਕੰਡਕਟਰਸ ਲੱਗੇ ਹੋਏ ਨੇ, ਠੀਕ ਹੈ ਜੀ। ਆਹ ਆਪਣੀ ਫੀਲਡ ਵਾਈਂਡਿੰਗ ਹੈ, ਠੀਕ ਹੈ। ਆਹ ਆਪਣੀ ਕੋਰ ਇੱਕ ਤਰ੍ਹਾਂ ਦੀ। ਉਸ ਤੋਂ ਬਾਅਦ ਇਹਨੂੰ ਕਹਿੰਦੇ ਨੇ ਐਂਡ ਹਾਊਸਿੰਗ। ਐਂਡ ਹਾਊਸਿੰਗ ਦੇ ਉੱਤੇ ਤੁਸੀਂ ਧਿਆਨ ਨਾਲ ਦੇਖੋ, ਇਹ ਹੈਗਾ ਅਲਟਰਨੇਟਰ, ਇਹਨੇ ਕੀ ਪ੍ਰੋਡਿਊਸ ਕਰਨਾ AC ਕਰੰਟ, ਠੀਕ ਹੈ ਜੀ। AC ਕਰੰਟ ਪ੍ਰੋਡਿਊਸ ਕਰਨਾ, ਪਰ ਆਪਣੀ ਬੈਟਰੀ ਨੂੰ ਕਿਹੜਾ ਚਾਹੀਦਾ, ਆਪਣੀ ਬੈਟਰੀ ਨੂੰ ਚਾਹੀਦਾ DC ਕਰੰਟ। ਇਸ ਕਰਕੇ ਇਹਦੇ ਉੱਤੇ ਡਾਇਡਸ ਲੱਗੇ ਗਏ ਨੇ। ਤੁਹਾਨੂੰ ਮੈਂ ਤੇ ਧਿਆਨ ਨਾਲ ਦਿਖਾਵਾਂ, ਆਹ ਇੱਕ ਨੰਬਰ ਆਫ ਪਲੇਟਸ ਨੇ, ਇਹਦੇ ਉੱਤੇ 6 ਡਾਇਡਸ ਲੱਗੇ ਹੁੰਦੇ ਨੇ, 3 ਪੋਜ਼ਿਟਿਵ ਤੇ 3 ਨੈਗੇਟਿਵ। ਉਸ ਤੋਂ ਬਾਅਦ ਇਹਦੇ ਤੇ ਤੁਸੀਂ ਧਿਆਨ ਨਾਲ ਦੇਖੋਗੇ, ਇਹਦੇ ਤੇ ਕਾਰਬਨ ਬ੍ਰਸ਼ ਦੀ ਜਗ੍ਹਾ ਪਈ ਹੋਈ ਆ। ਇਹਦੇ ਵਿੱਚ ਆ ਦੇਖੋ ਧਿਆਨ ਨਾਲ ਰੋਲਰ ਬੈਰਿੰਗ ਲੱਗਿਆ ਹੋਇਆ, ਠੀਕ ਹੈ ਜੀ। ਰੋਲਰ ਬੈਰਿੰਗ ਤਾਂ ਕਿ ਜਿਹੜੀ ਸ਼ਾਫਟ ਆ ਉਹ ਪ੍ਰੋਪਰ ਐਗਜ਼ਲੀ ਮੂਵ ਕਰ ਸਕੇ। ਇਹਦਾ ਜਿਹੜਾ ਮਟੀਰੀਅਲ ਹੈਗਾ ਉਹ ਹੈਗਾ ਐਲੂਮੀਨੀਅਮ। ਹੁਣ ਮੈਂ ਗੱਲ ਕਰੂੰਗਾ, ਤੁਹਾਨੂੰ ਰੋਟਰ ਦਿਖਾਊਂਗਾ। ਇਹਦੇ ਵਿੱਚ ਰੋਟਰ ਕਲਾ ਟਾਈਪ ਰੋਟਰ ਹੁੰਦਾ। ਇਹਦੇ ਵਿੱਚ ਧਿਆਨ ਦਿਓ, ਇਹ ਕੋਰ ਆ, ਕੋਰ ਦੇ ਉੱਤੇ ਇਲੈਕਟ੍ਰੋਮੈਗਨੇਟਸ ਨੇ। ਇਹਦੇ ਨਾਲ ਆ ਹੁੰਦੀ ਆ ਸਲਿਪ ਰਿੰਗਸ। ਆ ਆਪਣੀ ਸ਼ਾਫਟ ਆ ਜਿਹੜੀ, ਇਹਦੇ ਨਾਲ ਆ ਇਹਨੂੰ ਕਹਿੰਦੇ ਨੇ ਫਰੇਮ ਹਾਊਸਿੰਗ, ਠੀਕ ਹੈ ਜੀ। ਹੁਣ ਮੈਂ ਕੱਲ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗਾ DC ਜਨਰੇਟਰ ਤੇ ਅਲਟਰਨੇਟਰ ਦੇ ਵਿੱਚ ਕੀ ਫਰਕ ਆ। ਇਹਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ, ਇਹਦੇ ਵਿੱਚ ਜਿਹੜੇ ਕੰਡਕਟਰਸ ਨੇ, ਕੰਡਕਟਰਸ ਇਹ ਆਪਣੇ ਫਿਕਸ ਨੇ। ਇਹ ਅਲਟਰਨੇਟਰ ਦੀ ਮੈਂ ਗੱਲ ਕਰ ਰਿਹਾ। ਅਲਟਰਨੇਟਰ ਦੇ ਵਿੱਚ ਜਿਹੜੇ ਆ ਨੰਬਰ ਆਫ ਕੰਡਕਟਰਸ ਨੇ ਇਹ ਫਿਕਸ ਨੇ। ਇਹਦੇ ਵਿੱਚ ਜਿਹੜਾ ਇਲੈਕਟ੍ਰੋਮੈਗਨੇਟ ਆ ਇਹ ਮੂਵ ਕਰਦਾ, ਮਤਲਬ ਕਿ ਇਹ ਰਿਵੋਲਵ ਕਰਦਾ, ਠੀਕ ਆ। ਜਦੋਂ ਇਹ ਰਿਵੋਲਵ ਕਰਦਾ, ਇਹਦੇ ਵਿੱਚ ਮੈਗਨੈਟਿਕ ਲਾਈਨਸ ਇਨ ਨਾਰਥ ਸਾਊਥ ਪੋਲ ਨੇ। ਮੈਗਨੈਟਿਕ ਲਾਈਨਸ ਫਲਕਸ ਜਨਰੇਟ ਹੁੰਦਾ, ਇੰਡਿਊਸ ਕਰੰਟ ਹੁੰਦਾ, ਉਹਦੇ ਕਰਕੇ ਜਿਹੜਾ AC ਕਰੰਟ ਆ ਉਹ ਪ੍ਰੋਡਿਊਸ ਹੁੰਦਾ, ਜਿਹਦਾ ਕਿ ਫਰਦਰ ਆ ਜਿਹੜਾ ਆਪਣਾ ਜਿਹੜੇ ਡਾਇਡਸ ਨੇ ਇਹ AC to DC ਕਨਵਰਟ ਕਰਦੇ ਨੇ, ਜਿਹਦੇ ਨਾਲ ਕਿ ਜਿਹੜਾ ਆਪਣਾ ਜਿਹੜਾ AC ਕਰੰਟ ਆ ਉਹ DC ਕਰੰਟ ਦੇ ਵਿੱਚ ਤਬਦੀਲ ਹੋ ਜਾਂਦਾ। ਹੁਣ ਮੈਂ ਤੁਹਾਨੂੰ ਧਿਆਨ ਨਾਲ ਦਿਖਾਊਂਗਾ, ਆਹ ਹੈਗਾ ਆਪਣਾ DC ਜਨਰੇਟਰ ਦੇ ਆਰਮੇਚਰ ਸ਼ਾਫਟ ਆ। ਹੁਣ ਇਹਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ, ਇਹਦੇ ਵਿੱਚ ਇਹ ਰਿਵੋਲਵ ਕਰ ਰਹੀਆਂ ਨੇ, ਜਿਹੜੇ ਆਪਣੇ ਕੰਡਕਟਰਸ ਨੇ ਇਹ ਇਹਦੇ ਵਿੱਚ ਰਿਵੋਲਵ ਕਰ ਰਹੀਆਂ ਫੀਲਡ ਕੋਇਲਸ। ਆਹ ਆਪਣੀ ਹੈਗੀ ਹੈ ਇਹਦੀ ਫੀਲਡ ਕੋਇਲਸ, ਠੀਕ ਹੈ ਜੀ। ਫੀਲਡ ਕੋਇਲਸ ਜਿਹੜੀਆਂ ਨੇ ਇਹ ਸਟੇਸ਼ਨਰੀ ਨੇ DC ਜਨਰੇਟਰ ਦੇ ਵਿੱਚ, ਤੇ ਜਿਹੜੀਆਂ ਆਪਣਾ ਹੈਗਾ ਆਪਣਾ DC ਜਨਰੇਟਰ, ਇਹਦੇ ਵਿੱਚ ਇਹ ਸਟੇਸ਼ਨਰੀ ਨੇ ਜਿਹੜੀਆਂ ਕੰਡਕਟਰਸ। ਹੁਣ ਜੇ ਮੈਂ ਤੁਹਾਨੂੰ ਗੱਲ ਦਿਖਾਵਾਂ ਅਲਟਰਨੇਟਰ ਦੀ, ਅਲਟਰਨੇਟਰ ਲਾਈਟ ਇਨ ਵੇਟ ਆ, ਕਿਉਂਕਿ ਇਹਦੇ ਵਿੱਚ ਤਬਦੀਲੀ ਇਹ ਆਈ ਆ ਕਿ ਇਹਨਾਂ ਨੇ ਜਿਹੜੀਆਂ ਕੰਡਕਟਰਸ ਨੇ ਜਿਹੜੇ ਇਹ ਸਟੇਸ਼ਨਰੀ ਨੇ, ਪਰ ਇਹਦੇ ਵਿੱਚ ਜਿਹੜਾ ਰੋਟਰ ਆ ਉਹ ਰਿਵੋਲਵ ਕਰਦਾ, ਠੀਕ ਹੈ ਜੀ। ਇਹਨੂੰ ਕਿਉਂਕਿ ਇਲੈਕਟ੍ਰੋਮੈਗਨੇਟ ਨੇ, ਠੀਕ ਹੈ ਜੀ, ਇਹਨਾਂ ਨੂੰ ਪਹਿਲਾਂ ਕਰੰਟ ਦੇਣਾ ਪੈਂਦਾ ਸਲਿਪ ਰਿੰਗਸ ਰਾਹੀਂ, ਠੀਕ ਹੈ। ਉਸ ਤੋਂ ਬਾਅਦ ਕਾਰਬਨ ਬ੍ਰਸ਼ਿਸ ਰਾਹੀਂ ਆਪਾਂ ਜਿਹੜਾ ਆਊਟਪੁੱਟ ਸ਼ਾਫਟ ਤੇ ਆਪਾਂ ਲੈਂਦੇ ਆ। ਲਾਈਟ ਵੇਟ ਹੋਣ ਕਰਕੇ ਅਲਟਰਨੇਟਰ ਬਹੁਤ ਵਰਤੇ ਜਾਂਦਾ। DC ਜਨਰੇਟਰ ਨੂੰ ਆਪਾਂ ਨਹੀਂ ਵਰਤਦੇ ਕਿਉਂਕਿ ਇਹ ਇੱਕ ਹੈਵੀ ਆ ਤੇ ਇਹਦੇ ਵਿੱਚ ਐਡੀ ਲਾਸਿਸ ਹੁੰਦੇ ਨੇ। ਲਾਈਟ ਮੋਰ ਵੇਟ ਕਰਕੇ ਇਹ ਆਪਾਂ ਨਹੀਂ ਵਰਤਦੇ ਹੈਗੇ। ਉਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰੀਏ ਸਟਾਰ ਕਨੈਕਸ਼ਨ ਦੀ, 2 ਟਾਈਪ ਦੇ ਕਨੈਕਸ਼ਨ ਆਉਂਦੇ ਨੇ ਜੀ ਅਲਟਰਨੇਟਰ ਦੇ ਵਿੱਚ। ਇੱਕ ਹੁੰਦੇ ਨੇ ਸਟਾਰ ਕਨੈਕਸ਼ਨ, ਇੱਕ ਹੁੰਦੇ ਨੇ ਡੈਲਟਾ ਕਨੈਕਸ਼ਨ। ਡੈਲਟਾ ਕਨੈਕਸ਼ਨ ਦੇ ਵਿੱਚ ਜੇ ਆਪਾਂ ਗੱਲ ਕਰੀਏ, ਡੈਲਟਾ ਕਨੈਕਸ਼ਨ ਉੱਥੇ ਵਰਤਿਆ ਜਾਂਦਾ ਜਿੱਥੇ ਹਾਈਅਰ ਆਊਟਪੁੱਟ ਆਪਾਂ ਨੂੰ ਚਾਹੀਦੇ ਐਟ ਹਾਈ ਸਪੀਡ ਦੇ ਉੱਤੇ ਚਾਹੀਦੀ ਆ, ਤੇ ਜਿੱਥੇ ਆਪਾਂ ਨੂੰ ਲੋ ਸਪੀਡ ਦੇ ਉੱਤੇ ਸਟਾਰ ਕਨੈਕਸ਼ਨ ਯੂਜ਼ ਕੀਤੇ। ਮੋਸਟਲੀ ਆਪਾਂ ਸਟਾਰ ਕਨੈਕਸ਼ਨ ਯੂਜ਼ ਕਰਦੇ ਹਾਂ। ਡੈਲਟਾ ਕਨੈਕਸ਼ਨ ਆਪਾਂ ਉੱਥੇ ਯੂਜ਼ ਕਰਦੇ ਹਾਂ ਜਿੱਥੇ ਅਲਟਰਨੇਟਰਸ ਹੈਵੀ ਡਿਊਟੀ, ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਹਾਈ ਆਊਟਪੁੱਟ 73% ਮੋਰ ਦੈਨ ਆਊਟਪੁੱਟ ਇਹ ਕਰਦੀ ਆ ਆਪਣੀ ਜਿਹੜੇ ਨਾਲੋਂ ਸਟਾਰ ਕਨੈਕਸ਼ਨ ਦੇ ਨਾਲੋਂ। ਡੈਲਟਾ ਕਨੈਕਸ਼ਨ ਇਜ਼ ਮੋਰ useful in those conditions where output is maximum and totally 73% of
73% ਹਾਇਰ ਆਊਟਪੁੱਟ ਦੈਨ ਦੀ ਸਟਾਰ ਕਨੈਕਸ਼ਨ। ਇਹਦਾ ਮਤਲਬ ਇਹ ਆ ਕਿ ਜਿਹੜਾ ਆਪਣਾ ਚਾਰਜਿੰਗ ਸਿਸਟਮ ਆ, ਇਹ ਚਾਰਜਿੰਗ ਸਿਸਟਮ ਦੇ ਦੋ ਪਹਿਲੂ ਨੇ। ਸਭ ਤੋਂ ਪਹਿਲਾਂ ਪਹਿਲੂ ਜਿਹੜਾ ਵਰਤਿਆ ਜਾਂਦਾ ਸੀ ਉਹ ਹੈਗਾ ਆਪਣਾ DC ਜਨਰੇਟਰ, ਠੀਕ ਹੈ ਜੀ। ਉਹਦੇ ਮੇਨ ਕੰਪੋਨੈਂਟਸ ਤੁਹਾਨੂੰ ਮੈਂ ਦਿਖਾ ਦਿੱਤੇ ਗਏ ਨੇ, ਠੀਕ ਹੈ। ਆਰਮੇਚਰ ਫੀਲਡ ਕੋਇਲਸ, ਠੀਕ ਹੈ ਜੀ। ਸ਼ੰਟ ਬਾਉਂਡ ਟਾਈਪ ਹੁੰਦਾ, ਠੀਕ। ਉਸ ਤੋਂ ਬਾਅਦ ਇਹਨੂੰ ਅੱਜ ਕੱਲ੍ਹ ਆਪਾਂ ਨਹੀਂ ਵਰਤਦੇ, ਅਲਟਰਨੇਟਰ ਹੀ ਆਪਾਂ ਯੂਜ਼ ਕਰਦੇ ਹਾਂ। ਅੱਜ ਕੱਲ੍ਹ ਇਹੀ ਆਪਣੀਆਂ ਆਟੋਮੋਬਾਈਲਸ ਕਾਰ ਦੇ ਵਿੱਚ ਇਹ ਆਉਂਦਾ ਹੈ। ਤੇ ਇਹ ਸੀ ਆਪਣੀ ਚਾਰਜਿੰਗ ਸਿਸਟਮ ਦੀ ਆਪਾਂ ਇਹ ਕਹਿ ਸਕਦੇ ਹਾਂ ਕਿ ਬਰੀਫ ਡਿਸਕ੍ਰਿਪਸ਼ਨ, ਜਿਹਦੇ ਵਿੱਚ ਆਪਾਂ ਨੇ DC ਜਨਰੇਟਰ ਤੇ ਅਲਟਰਨੇਟਰ ਨੂੰ ਆਪਾਂ ਨੇ ਇੱਕ ਤਰ੍ਹਾਂ ਨਾਲ ਘੋਖਿਆ ਤੇ ਇਹਦੇ ਵਿੱਚ ਫਰਕ ਲੱਭਿਆ ਗਿਆ ਕਿ ਕੀ ਇਹ ਚੀਜ਼ ਹੈਗੀ ਆ, ਅਲਟਰਨੇਟਰ ਅਲੱਗ ਚੀਜ਼ ਆ ਤੇ DC ਜਨਰੇਟਰ ਜਿਹੜਾ ਕਿ ਆਪਾਂ ਨਹੀਂ ਵਰਤਦੇ। ਬਹੁਤ ਬਹੁਤ ਧੰਨਵਾਦ।